ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸ਼ਲੋਕ ਸੰਸਕ੍ਰਿਤੀ ਨਾਂ ਦੀ ਬਾਣੀ ਨਾ ਸਿਰਫ ਆਤਮਿਕ ਆਨੰਦ ਨਾਲ ਭਰਪੂਰ ਹੈ, ਬਲਕਿ ਇਸ ਬਾਣੀ ਵਿੱਚ ਮਹਾਨ ਆਤਮਿਕ ਉਪਦੇਸ਼ ਹਨ ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਆਪਣਾ ਜੀਵਨ ਉੱਚਾ ਚੱਕ ਸਕਦਾ ਹੈ। ਸੰਸਾਰ ਵਿੱਚ ਹਰ ਕੋਈ ਸੁੱਖ ਚਾਹੁੰਦਾ ਹੈ ਅਤੇ ਹਰ ਕੋਈ ਸਦ ਜੀਵਨ ਚਾਹੁੰਦਾ ਹੈ, ਪਰ ਗੁਰੂ ਸਾਹਿਬ ਨੇ ਸ਼ਲੋਕ ਸੰਸਕ੍ਰਿਤੀ ਮਹੱਲਾ 5ਵਾਂ ਦੇ 12ਵੇਂ ਸ਼ਲੋਕ ਵਿੱਚ ਸਾਨੂੰ ਇਸ ਸੰਸਾਰ ਦੇ 9 ਅਜਿਹੇ ਅਟਲ ਸੱਚ ਦੱਸੇ ਹਨ ਜਿਨ੍ਹਾਂ ਨੂੰ ਜਾਣਨ ਨਾਲ, ਸਮਝਣ ਨਾਲ ਅਤੇ ਅਪਣਾਉਣ ਨਾਲ ਕਿਸੇ ਵੀ ਇਨਸਾਨ ਦਾ ਜੀਵਨ ਬਹੁਤ ਉੱਚਾ ਬਣ ਸਕਦਾ ਹੈ। ਇਨ੍ਹਾਂ ਵਿੱਚੋਂ 8 ਸੱਚ ਤਾਂ ਦੁਖਦਾਈ ਹਨ ਅਤੇ ਅਖੀਰਲਾ ਸੱਚ ਅਤਿਅੰਤ ਸੁਖਦਾਈ ਹੈ। ਕੀ ਹਨ ਇਸ ਦੁਨੀਆ ਦੇ 9 ਅਟਲ ਸੱਚ ਜੋ ਕਦੇ ਨਹੀਂ ਟਲਦੇ? ਇਸ ਪਰਤਾਏ ਸੁਣੋ ਜੀ ਪੰਚਮ ਪਾਤਸ਼ਾਹ ਜੀ ਦਾ ਸ਼ਲੋਕ ਸੰਸਕ੍ਰਿਤ ਵਿੱਚੋਂ 12ਵਾਂ ਸ਼ਲੋਕ। ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਭਿਮਾਨੰ ਤਾ ਹੀਨੰ ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ। ਆਓ ਆਪਾਂ ਇਸ ਸ਼ਲੋਕ ਦਾ ਥੋੜੀ ਗਹਿਰਾਈ ਵਿੱਚ ਵਿਚਾਰ ਕਰੀਏ। ਸ਼ਲੋਕ ਦੀ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਜਨਮੰ ਤਾਂ ਮਰਣੰ, ਭਾਵ ਜੇ ਜਨਮ ਹੋਇਆ ਹੈ ਤਾਂ ਮਰਨ ਵੀ ਅਵਸ਼ ਹੋਵੇਗਾ। ਇਸ ਦੁਨੀਆ ਵਿੱਚ ਕੋਈ ਸਥਾਈ ਤੌਰ ਤੇ ਨਹੀਂ ਰਹਿ ਸਕਦਾ। ਜੇ ਕੋਈ ਤਪ ਕਰਕੇ 4 ਯੁੱਗਾਂ ਜਿੰਨੀ ਆਰਜਾ ਕਰ ਲਵੇ ਫਿਰ ਵੀ ਓੜਕ ਉਸ ਨੂੰ ਮਰਨਾ ਹੀ ਪਵੇਗਾ। ਜੇ 4 ਯੁੱਗਾਂ ਤੋਂ ਵੱਧ ਉਮਰ ਵੀ ਕਰ ਲਵੇ ਤਾਂ ਉਸ ਵਕਤ ਤਾਂ ਜ਼ਰੂਰ ਹੀ ਮਰਨਾ ਪਵੇਗਾ ਜਦੋਂ ਇਸ ਦੁਨੀਆ ਦਾ ਅੰਤ ਹੋਵੇਗਾ। ਜੇ ਇਹ ਗੱਲ ਸਮਝ ਆ ਜਾਵੇ ਕਿ ਜੋ ਜੰਮਿਆ ਹੈ ਉਸਨੇ ਅਵਸ਼ ਮਰਨਾ ਹੈ ਤਾਂ ਇਨਸਾਨ ਕਈ ਜੰਜਾਲਾਂ ਤੋਂ ਮੁਕਤ ਹੋ ਸਕਦਾ ਹੈ। ਗੁਰੂ ਕਾ ਸਿੱਖ ਇਹ ਗੱਲ ਦ੍ਰਿੜ ਕਰ ਲਵੇ ਕਿ ਜਨਮੰ ਤਾਂ ਮਰਣੰ, ਭਾਵ ਜਨਮ ਹੋਇਆ ਹੈ ਤਾਂ ਮਰਨ ਵੀ ਹੋਣਾ ਹੈ। ਸੋ ਸਿੱਖ ਨੂੰ ਚਾਹੀਦਾ ਹੈ ਕਿ ਉਹ ਇਸ ਦੁਨੀਆ ਨੂੰ ਸਰਾਹ ਵਾਂਗ ਸਮਝੇ ਅਤੇ ਇੱਥੇ ਮਹਿਮਾਨ ਵਾਂਗ ਰਹੇ। ਸੰਸਾਰ ਦੇ ਕਿਸੇ ਵਿਅਕਤੀ ਨਾਲ, ਕਿਸੇ ਚੀਜ਼ਾਂ ਨਾਲ ਅਤੇ ਕਿਸੇ ਸਥਾਨ ਨਾਲ, ਕਿਸੇ ਮੁਕਾਮ ਨਾਲ ਅਤੇ ਕਿਸੇ ਪਦਾਰਥ ਨਾਲ ਪੀੜੀ ਗੰਢ ਜਾਂ ਪ੍ਰੀਤ ਨਾ ਪਾਵੇ। ਜੋ ਵਿਅਕਤੀ ਇਹ ਉਪਦੇਸ਼ ਨਹੀਂ ਕਮਾਵੇਗਾ ਉਹ ਜ਼ਰੂਰ ਖੁਆਰ ਹੋਵੇਗਾ। ਸ਼ਲੋਕ ਦੀ ਪਹਿਲੀ ਪੰਕਤੀ ਦਾ ਅਗਲਾ ਹੁਕਮ ਹੈ ਹਰਖੰ ਤਾਂ ਸੋਗੰ, ਭਾਵ ਜੇ ਕਿਸੇ ਨੂੰ ਦੁਨਿਆਵੀ ਸੁੱਖ ਮਿਲਿਆ ਹੈ ਤਾਂ ਸੋਗ ਵੀ ਜ਼ਰੂਰ ਮਿਲੇਗਾ। ਪੁਰਾਣੇ ਜ਼ਮਾਨੇ ਵਿੱਚ ਮਾਵਾਂ ਜਦੋਂ ਆਪਣੇ ਬੱਚਿਆਂ ਨੂੰ ਬਹੁਤਾ ਹੱਸਦਾ ਦੇਖਦੀਆਂ ਸਨ ਤਾਂ ਕਹਿੰਦੀਆਂ ਹੁੰਦੀਆਂ ਸਨ ਕਿ ਬੱਚਿਓ ਜ਼ਿਆਦਾ ਨਾ ਹੱਸੋ, ਨਹੀਂ ਤਾਂ ਉਨਾ ਹੀ ਰੋਣਾ ਪਵੇਗਾ। ਇਹ ਗੱਲ ਐਵੇਂ ਨਹੀਂ ਹੈ, ਬਲਕਿ ਐਨ ਸੱਚ ਹੈ। ਜਦੋਂ ਦੁਨਿਆਵੀ ਸੁੱਖ ਬਹੁਤ ਆਉਂਦੇ ਹਨ ਤਾਂ ਉਹ ਜੀਵ ਨੂੰ ਪਰਮੇਸ਼ਰ ਵੱਲੋਂ ਅਵੇਸਲਾ ਕਰ ਦਿੰਦੇ ਹਨ। ਇਸੇ ਕਰਕੇ ਹੀ ਦੁੱਖ ਆ ਜਾਂਦੇ ਹਨ। ਦੂਸਰਾ ਕਾਰਨ ਹੈ ਕਿ ਸੰਸਾਰੀ ਸੁੱਖ ਪਿਛਲੇ ਸ਼ੁਭ ਕਰਮਾਂ ਕਰਕੇ ਆਉਂਦੇ ਹਨ ਅਤੇ ਜਦੋਂ ਪੁੰਨ ਮੁੱਕ ਜਾਂਦੇ ਹਨ ਤਾਂ ਸੁੱਖ ਵੀ ਖਤਮ ਹੋ ਜਾਂਦੇ ਹਨ। ਤੀਸਰਾ ਕਾਰਨ ਹੈ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ ਹੈ, ਜਿਸ ਕਰਕੇ ਸੁੱਖ ਇੱਕ ਦਿਨ ਖਤਮ ਹੋ ਜਾਂਦੇ ਹਨ। ਸੋ ਜਿਸ ਨੂੰ ਸੰਸਾਰੀ ਸੁੱਖ ਮਿਲੇ ਹਨ, ਜੋ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਅਤੇ ਇਹਨਾਂ ਸੁੱਖਾਂ ਵਿੱਚ ਡੁੱਬਿਆ ਰਹਿੰਦਾ ਹੈ ਤਾਂ ਅਵਸ਼ ਉਸ ਨੂੰ ਸੋਗ ਜਾਂ ਦੁੱਖ ਵੀ ਵਿਆਪਦੇ ਹਨ। ਸ਼ਲੋਕ ਦੀ ਪਹਿਲੀ ਪੰਕਤੀ ਦਾ ਤੀਸਰਾ ਹੁਕਮ ਹੈ ਭੋਗੰ ਤਾਂ ਰੋਗੰ। ਇਹ ਤਾਂ ਬਹੁਤ ਹੀ ਮਹਾਨ ਉਪਦੇਸ਼ ਹੈ। ਸੰਸਾਰ ਦੇ ਵਿਸ਼ੇ ਵਿਕਾਰਾਂ ਅਧੀਨ ਹੋ ਕੇ ਭੋਗ ਭੋਗਣ ਨਾਲ ਜ਼ਰੂਰ ਬਰ ਜ਼ਰੂਰ ਰੋਗ ਉਪਜਦੇ ਹਨ। ਭੋਗ ਮੁੱਖ ਤੌਰ ਤੇ 2 ਤਰ੍ਹਾਂ ਦੇ ਮੰਨੇ ਗਏ ਹਨ। ਇੱਕ ਕਾਮ ਅਧੀਨ ਹੋ ਕੇ ਇਸਤਰੀ ਦਾ ਰਵਣ ਅਤੇ ਭੋਗਣ, ਅਤੇ ਦੂਸਰਾ ਲੱਭ ਅਧੀਨ ਹੋ ਕੇ ਸਵਾਦ ਲੈ ਲੈ ਕੇ ਨਾਨਾ ਪ੍ਰਕਾਰੀ ਭੋਜਨ ਪੁੰਚਣੇ। ਕਦੇ ਹੋ ਹੀ ਨਹੀਂ ਸਕਦਾ ਕਿ ਜੋ ਕਾਮ ਅਧੀਨ ਹੋ ਕੇ ਇਸਤਰੀ ਨਾਲ ਕਾਮ ਕ੍ਰੀੜਾ ਕਰਨ ਵਿੱਚ ਪ੍ਰਵਿਰਤ ਰਹਿੰਦਾ ਹੈ ਜਾਂ ਨਾਨਾ ਪ੍ਰਕਾਰੀ ਭੋਜਨ ਪੁੰਚਦਾ ਹੈ ਉਹ ਰੋਗੀ ਨਹੀਂ ਹੋਵੇਗਾ। ਇਸ ਬਾਰੇ ਗੁਰਬਾਣੀ ਵਿੱਚ ਹੋਰ ਵੀ ਬੜੇ ਫਰਮਾਨ ਹਨ, ਜਿਵੇਂ ਕਿ ਬਹੁ ਸਾਧੋਂ ਦੁਖ ਪ੍ਰਾਪਤ ਹੋਵੈ, ਭੋਗੋਂ ਰੋਗ ਸੋ ਅੰਤ ਵਿਗੋਵੈ, ਹਰਖੋਂ ਸੋਗ ਨ ਮਿਟਈ ਕਬਹੂ, ਵਿਣ ਭਾਣੇ ਪਰਮਾਇੰਦਾ। ਗੁਰੂ ਸਾਹਿਬ ਜੀ ਦਾ ਇਹ ਕਿੰਨਾ ਸਪਸ਼ਟ ਹੁਕਮ ਹੈ। ਹਜ਼ੂਰ ਹੁਕਮ ਕਰਦੇ ਹਨ ਕਿ ਸਵਾਦਾਂ ਤੋਂ ਦੁੱਖ ਪ੍ਰਾਪਤ ਹੁੰਦੇ ਹਨ ਅਤੇ ਕਾਮ ਦੇ ਭੋਗ ਭੋਗਣ ਨਾਲ ਸਰੀਰ ਵਿੱਚ ਰੋਗ ਉੱਠ ਖਲੋਂਦੇ ਹਨ ਅਤੇ ਅੰਤ ਨੂੰ ਜੀਵ ਨੂੰ ਖੁਆਰ ਕਰਦੇ ਹਨ। ਹਰਖ ਭਾਵ ਸੰਸਾਰੀ ਸੁੱਖਾਂ ਤੋਂ ਸੋਗ ਅਜਿਹੇ ਉਪਜਦੇ ਹਨ ਕਿ ਕਦੇ ਮਿਟਦੇ ਹੀ ਨਹੀਂ। ਇਸ ਤਰ੍ਹਾਂ ਸਤਿਗੁਰੂ ਜੀ ਦੇ ਭਾਣੇ ਤੋਂ ਘੁੱਥੇ ਹੋਏ ਜੀਵ ਜੂਨੀਆਂ ਵਿੱਚ ਭਟਕਦੇ ਫਿਰਦੇ ਹਨ। ਸੋ ਸੰਸਾਰੀ ਭੋਗਾਂ ਤੋਂ ਜ਼ਰੂਰ ਬਰ ਜ਼ਰੂਰ ਬਚਣਾ ਚਾਹੀਦਾ ਹੈ। ਪਰਾਈ ਇਸਤਰੀ ਨਾਲ ਭੋਗ ਤਾਂ ਮੂਲੋਂ ਹੀ ਨਹੀਂ ਭੋਗਣੇ ਚਾਹੀਦੇ, ਪਰ ਆਪਣੀ ਨਿਜ ਨਾਰੀ ਨਾਲ ਵੀ ਤਤ ਗੁਰਮਤਿ ਨਿਰਣਾ ਇਹੋ ਹੈ ਕਿ ਕੇਵਲ ਸੰਤਾਨ ਉਤਪਤੀ ਲਈ ਰਿਤੂ ਕਾਲ ਸਮੇਂ ਹੀ ਰਮਣ ਕਰਨਾ ਚਾਹੀਦਾ ਹੈ। ਬਾਕੀ ਜੋ ਕਿਸੇ ਦਾ ਜੀ ਕਰਦਾ ਹੈ ਉਹ ਕਰ ਸਕਦਾ ਹੈ, ਪਰ ਗ੍ਰਸਤ ਕਰਨ ਬਾਰੇ ਤਤ ਗੁਰਮਤਿ ਦੀ ਗੱਲ ਇਹੋ ਹੈ ਜੋ ਅਸੀਂ ਦੱਸ ਆਏ ਹਾਂ। ਇਸੇ ਤਰ੍ਹਾਂ ਹੀ ਭੋਜਨਾਂ ਦੇ ਸਵਾਦਾਂ ਤੋਂ ਬਚਣਾ ਚਾਹੀਦਾ ਹੈ। ਗੁਰਮਤਿ ਅਨੁਸਾਰੀ ਭੋਜਨ ਹੀ ਖਾਣਾ ਚਾਹੀਦਾ ਹੈ। ਜੋ ਬੰਦਾ ਬਹੁਤਾ ਉੱਚਾ ਉੱਠ ਜਾਂਦਾ ਹੈ ਉਹ ਅਵਸ਼ ਥੱਲੇ ਵੀ ਆਉਂਦਾ ਹੈ, ਅਤੇ ਜੋ ਮੂਚਾ ਭਾਵ ਵੱਡਾ ਹੋ ਜਾਂਦਾ ਹੈ ਉਹ ਨਾਨਾ ਭਾਵ ਛੋਟਾ ਵੀ ਅਵਸ਼ ਹੋ ਜਾਂਦਾ ਹੈ। ਜਿਵੇਂ ਕਿ ਹਜ਼ੂਰ ਦਾ ਇਸ ਸ਼ਲੋਕ ਦੀ ਦੂਸਰੀ ਪੰਕਤੀ ਵਿੱਚ ਹੁਕਮ ਹੈ ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਇਹ ਇਸ ਦੁਨੀਆ ਦੇ ਚੌਥੇ ਅਤੇ 5ਵੇਂ ਅਟਲ ਸੱਚ ਹਨ। ਜੋ ਉੱਚਾ ਉੱਠ ਜਾਂਦਾ ਹੈ ਉਹ ਨੀਚ ਵੀ ਬਣ ਜਾਂਦਾ ਹੈ ਅਤੇ ਜੋ ਵੱਡਾ ਬਣ ਜਾਂਦਾ ਹੈ ਉਹ ਛੋਟਾ ਹੋ ਜਾਂਦਾ ਹੈ। ਜੋ ਸੰਸਾਰੀ ਤੌਰ ਤੇ ਬੜੀ ਤਰੱਕੀ ਕਰ ਲੈਂਦਾ ਹੈ ਉਹ ਹੰਕਾਰ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਹੰਕਾਰ ਦਾ ਸਦਾ ਹੀ ਸਿਰ ਨੀਵਾਂ ਹੁੰਦਾ ਹੈ।
ਜੇ ਗੁਰਸਿੱਖ ਸੰਸਾਰੀ ਤੌਰ ਤੇ ਕਿਸੇ ਮੁਕਾਮ ਤੇ ਪੁੱਜ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਇਸ ਤਰੱਕੀ ਦਾ ਸਾਰਾ ਸਿਹਰਾ ਗੁਰੂ ਸਾਹਿਬ ਨੂੰ ਦੇਵੇ ਅਤੇ ਕਦੀ ਵੀ ਆਪਣੇ ਆਪ ਤੇ ਮਾਣ ਨਾ ਕਰੇ ਕਿ ਮੈਂ ਬੜਾ ਵੱਡਾ ਬਣ ਗਿਆ ਹਾਂ। ਜੇ ਕੋਈ ਗੁਰਸਿੱਖ ਇਸ ਤਰ੍ਹਾਂ ਵਿਚਰੇ ਤਾਂ ਉੱਤੇ ਟਿਕਿਆ ਰਹਿੰਦਾ ਹੈ, ਪਰ ਜੇ ਕੋਈ ਹੰਕਾਰ ਜਾਵੇ ਤਾਂ ਅੱਜ ਨਹੀਂ ਤਾਂ ਕੱਲ ਜ਼ਰੂਰ ਉਸ ਦਾ ਪਤਨ ਹੁੰਦਾ ਹੈ। ਪਿਛਲੇ ਕੀਤੇ ਪੁੰਨਾਂ ਕਰਕੇ ਹੀ ਉੱਚੀਆਂ ਪਦਵੀਆਂ ਪ੍ਰਾਪਤ ਹੁੰਦੀਆਂ ਹਨ, ਪਰ ਜਦੋਂ ਕੋਈ ਇਹ ਪਦਵੀਆਂ ਪ੍ਰਾਪਤ ਕਰਕੇ ਹੰਕਾਰ ਜਾਂਦਾ ਹੈ ਤਾਂ ਉਸ ਦਾ ਪਤਨ ਉਸ ਦੇ ਪੁੰਨ ਮੁੱਕਣ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਜਿੰਨਾ ਕੋਈ ਉੱਪਰ ਉੱਠਣ ਦਾ ਹੰਕਾਰ ਕਰਦਾ ਹੈ ਉਨੀ ਹੀ ਜ਼ੋਰ ਨਾਲ ਉਹ ਥੱਲੇ ਡਿੱਗਦਾ ਹੈ। ਜਿੰਨਾ ਕੋਈ ਵੱਡਾ ਹੋ ਜਾਂਦਾ ਹੈ ਉਨਾ ਹੀ ਉਸ ਨੂੰ ਛੋਟਾ ਹੋਣਾ ਪੈਂਦਾ ਹੈ। ਇਸ ਦੁਨੀਆ ਦਾ ਦਸਤੂਰ ਇਹੋ ਹੀ ਹੈ। ਸੋ ਸੰਸਾਰੀ ਤਰੱਕੀ ਕਰਨ ਦਾ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ। ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ, ਇਹ ਗੁਰੂ ਸਾਹਿਬ ਜੀ ਦਾ ਅਗਲਾ ਹੁਕਮ ਹੈ, ਜਿਸ ਵਿੱਚ 6ਵਾਂ ਅਤੇ 7ਵਾਂ ਅਟਲ ਸੱਚ ਦੱਸਿਆ ਗਿਆ ਹੈ। ਜਦੋਂ ਕਿਸੇ ਨੂੰ ਰਾਜ ਭਾਗ ਪ੍ਰਾਪਤ ਹੁੰਦਾ ਹੈ ਤਾਂ ਉਹ ਆਪਣੇ ਰਾਜ ਦਾ ਮਾਣ ਕਰਦਾ ਹੈ ਅਤੇ ਇਹ ਅਭਿਮਾਨ ਕਰਨ ਕਾਰਨ ਉਹ ਖੀਨ ਹੋ ਜਾਂਦਾ ਹੈ, ਭਾਵ ਉਸ ਦਾ ਰਾਜ ਭਾਗ ਮੁੱਕ ਜਾਂਦਾ ਹੈ। ਤੁਸੀਂ ਪਿਛਲੇ 30-40 ਸਾਲਾਂ ਤੇ ਨਿਗਾਹ ਮਾਰ ਕੇ ਦੇਖੋ ਕਿ ਕਿੰਨੇ ਰਾਜੇ ਇਸ ਦੁਨੀਆ ਵਿੱਚ ਖੁਆਰ ਹੋਏ ਹਨ। ਇਰਾਕ ਦਾ ਸਦਾਮ ਹੁਸੈਨ, ਲੀਬੀਆ ਦਾ ਗਦਾਫੀ ਆਦਿ ਕਈ ਰਾਜੇ ਹੋਏ ਹਨ ਜੋ ਖਤਮ ਹੋ ਗਏ ਅਤੇ ਉਹਨਾਂ ਦੇ ਖਤਮ ਹੋਣ ਵਿੱਚ ਉਹਨਾਂ ਦੇ ਅਭਿਮਾਨ ਦਾ ਵੱਡਾ ਰੋਲ ਸੀ। ਇਹਨਾਂ ਦਾ ਆਪਣੇ ਰਾਜਾਂ ਵਿੱਚ ਬੜਾ ਪ੍ਰਤਾਪ ਸੀ, ਪਰ ਜਦੋਂ ਅਕਾਲ ਪੁਰਖ ਦੀ ਨਜ਼ਰ ਉਪੱਠੀ ਹੋ ਗਈ ਤਾਂ ਇਹ ਸਭ ਰੁਲ ਗਏ ਅਤੇ ਬੜੀ ਮਾੜੀ ਮੌਤ ਮਰੇ। ਸੋ ਸੰਸਾਰੀ ਪਦਵੀ ਪ੍ਰਾਪਤ ਕਰਕੇ ਕਦੇ ਵੀ ਅਭਿਮਾਨ ਨਹੀਂ ਕਰਨਾ ਚਾਹੀਦਾ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਪੂਰੀ ਤਰ੍ਹਾਂ ਸਪਸ਼ਟ ਕਰਕੇ ਇਹ ਨਿਰਣਾ ਦਿੰਦੇ ਹਨ ਕਿ ਪ੍ਰਵਿਰਤ ਮਾਰਗੰ ਵਿਰਤੰਤ ਵਿਨਾਸ਼ਨੰ, ਭਾਵ ਦੁਨੀਆ ਦੇ ਪ੍ਰਵਿਰਤ ਮਾਰਗ ਵਿੱਚ, ਭਾਵ ਦੁਨੀਆ ਦੀ ਵਰਤਣ ਵਿੱਚ ਵਿਨਾਸ਼ ਹੀ ਵਿਨਾਸ਼ ਹੈ, ਸੁੱਖ ਕੋਈ ਨਹੀਂ। ਜੋ ਵੀ ਕੋਈ ਦੁਨੀਆ ਵਿੱਚ ਖੁੱਭ ਜਾਂਦਾ ਹੈ ਉਹ ਬੜਾ ਖੁਆਰ ਹੁੰਦਾ ਹੈ। ਇਸ ਸੰਸਾਰ ਵਿੱਚ ਕੋਈ ਕਦੇ ਸੁਖੀ ਨਹੀਂ ਹੋਇਆ। ਦਰਸ਼ਕ ਜਨ, ਤੁਸੀਂ ਦੱਸੋ ਅਜਿਹਾ ਕਿਹੜਾ ਦੁਨਿਆਵੀ ਸੁੱਖ ਹੈ ਜਿਸ ਵਿੱਚ ਕਿਸੇ ਨੂੰ ਕੋਈ ਸੁੱਖ ਮਿਲਿਆ ਹੈ? ਅਖੀਰ ਵਿੱਚ ਸਭ ਦੁਖੀ ਹੀ ਹੁੰਦੇ ਹਨ। ਇਨਸਾਨ ਬੱਚਿਆਂ ਨਾਲ ਕਿੰਨੀ ਮੁਹੱਬਤ ਕਰਦਾ ਹੈ, ਆਪਣੀ ਸਾਰੀ ਜ਼ਿੰਦਗੀ ਉਹਨਾਂ ਦੀਆਂ ਖੁਸ਼ੀਆਂ ਤੇ ਕੁਰਬਾਨ ਕਰ ਦਿੰਦਾ ਹੈ, ਪਰ ਜਦੋਂ ਬੱਚੇ ਵੱਡੇ ਹੁੰਦੇ ਹਨ ਤਾਂ ਉਹਨਾਂ ਦਾ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਵਧੇਰੇ ਪਿਆਰ ਹੁੰਦਾ ਹੈ। ਉਹ ਆਪਣੇ ਮਾਪਿਆਂ ਨੂੰ ਭੁੱਲ ਹੀ ਜਾਂਦੇ ਹਨ। ਮਾਪਿਆਂ ਵਾਸਤੇ ਬੱਚੇ ਨੰਬਰ 1 ਹੁੰਦੇ ਹਨ, ਪਰ ਬੱਚਿਆਂ ਵਾਸਤੇ ਮਾਪੇ ਪਤਾ ਨਹੀਂ ਕਿਹੜਾ ਨੰਬਰ ਹੁੰਦੇ ਹਨ, ਪਰ ਨੰਬਰ 1 ਕਦੇ ਨਹੀਂ ਹੁੰਦੇ। ਬਹੁਤੇ ਬੱਚੇ ਆਪਣੇ ਮਾਪਿਆਂ ਨਾਲ ਵੈਸਾ ਪਿਆਰ ਨਹੀਂ ਕਰਦੇ ਜੈਸਾ ਉਹਨਾਂ ਦੇ ਮਾਪੇ ਉਹਨਾਂ ਨਾਲ ਕਰਦੇ ਹਨ। ਬੱਚਿਆਂ ਦੀ ਬੇਰੁਖੀ ਅਤੇ ਬੇਵਫਾਈ ਵੱਡੀ ਉਮਰ ਵਿੱਚ ਵਿਰਧ ਮਾਪਿਆਂ ਵਾਸਤੇ ਵੱਡੇ ਦੁੱਖ ਦਾ ਕਾਰਨ ਬਣ ਜਾਂਦੇ ਹਨ। ਦੂਜੇ ਪਾਸੇ ਜੇ ਕਿਤੇ ਦੇਵਨੇਤ ਕਿਸੇ ਦੀ ਔਲਾਦ ਚੰਗੀ ਹੋਵੇ ਅਤੇ ਮਾਪਿਆਂ ਦਾ ਬੜਾ ਮਾਣ ਸਤਿਕਾਰ ਕਰੇ ਤਾਂ ਇਹ ਸੁੱਖ ਵੀ ਦੁਖਦਾਈ ਬਣ ਜਾਂਦਾ ਹੈ। ਬੱਚਿਆਂ ਦੀ ਵਫਾ ਕਾਰਨ ਅਤੇ ਪਿਆਰ ਕਾਰਨ ਮਾਪਿਆਂ ਦਾ ਉਹਨਾਂ ਨਾਲ ਬਹੁਤਾ ਪਿਆਰ ਪੈ ਜਾਂਦਾ ਹੈ ਅਤੇ ਅੰਤਮ ਸਮੇਂ ਅਜਿਹੀ ਸਰਵਣ ਔਲਾਦ ਹੀ ਚੇਤੇ ਆਉਂਦੀ ਹੈ ਜਿਸ ਕਾਰਨ ਉਹਨਾਂ ਨੂੰ ਮਾੜੀਆਂ ਜੁਨੀਆਂ ਨਸੀਬ ਹੁੰਦੀਆਂ ਹਨ, ਜੈਸਾ ਕਿ ਗੁਰਵਾਕ ਹੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵੱਲ ਵੱਲ ਔਤਰੈ। ਹੁਕਮ ਬੜਾ ਸਪਸ਼ਟ ਹੈ ਕਿ ਜੋ ਮੋਹ ਵਿੱਚ ਫਸ ਕੇ ਅੰਤਮ ਸਮੇਂ ਆਪਣੇ ਲੜਕਿਆਂ ਬਾਰੇ ਸੋਚਦਾ ਹੈ ਉਹ ਬਾਰ-ਬਾਰ ਸੂਰਨੀ ਦੀ ਜੂਨ ਪੈਂਦਾ ਹੈ। ਸੋ ਦੇਖ ਲਓ, ਚਾਹੇ ਬੱਚੇ ਪਿਆਰ ਕਰਨ ਚਾਹੇ ਨਾ ਕਰਨ, ਇਹ ਸੰਸਾਰੀ ਸੁੱਖ ਦਾ ਅੰਤ ਦੁੱਖ ਹੀ ਹੈ। ਇਸ ਦਾ ਇਹ ਭਾਵ ਨਹੀਂ ਕਿ ਬੱਚਿਆਂ ਨਾਲ ਪਿਆਰ ਨਹੀਂ ਕਰਨਾ ਜਾਂ ਉਹਨਾਂ ਦੀ ਪ੍ਰਤਿਪਾਲਣਾ ਨਹੀਂ ਕਰਨੀ। ਭਾਵ ਇਹੋ ਹੈ ਕਿ ਲੋੜ ਤੋਂ ਵੱਧ ਮੋਹ ਮਾੜਾ ਹੈ ਅਤੇ ਅੰਤ ਦੁੱਖ ਦਿੰਦਾ ਹੈ। ਭਾਵ ਇਹ ਹੈ ਕਿ ਉਸ ਨਾਲ ਪਿਆਰ ਪਾਉਣਾ ਚਾਹੀਦਾ ਹੈ ਜਿਸ ਨਾਲ ਪਿਆਰ ਪਾਉਣ ਨਾਲ ਬਾਅਦ ਵਿੱਚ ਦੁੱਖ ਨਹੀਂ ਮਿਲਦਾ। ਇਹ ਪਿਆਰ ਕੇਵਲ ਗੁਰੂ ਪਰਮੇਸ਼ਰ ਦਾ ਪਿਆਰ ਹੈ। ਇਹ ਪਿਆਰ ਵਧਾਉਣ ਨਾਲ ਸੁੱਖ ਵੀ ਵੱਧਦਾ ਹੀ ਜਾਂਦਾ ਹੈ, ਕਦੇ ਘਟਦਾ ਨਹੀਂ। ਦੁਨੀਆ ਦਾ ਕੋਈ ਐਸਾ ਸੁੱਖ ਨਹੀਂ ਜਿਸ ਦਾ ਅੰਤ ਦੁੱਖ ਨਾ ਹੋਵੇ। ਇਸ ਦੁਨੀਆ ਵਿੱਚ ਦੁੱਖ ਹੀ ਦੁੱਖ ਹੈ, ਸੁੱਖ ਹੈ ਹੀ ਨਹੀਂ, ਜੈਸਾ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ। ਸ਼ਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰਹਿ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚੱਲਿਆ ਰੋਏ। ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਐ, ਭੀ ਦੁੱਖ ਦਾਰੂ ਹੋਏ। ਇਸ ਸ਼ਲੋਕ ਤੋਂ ਵੱਧ ਅਸੀਂ ਹੋਰ ਕੀ ਕਹਿ ਸਕਦੇ ਹਾਂ? ਸੰਸਾਰ ਵਿੱਚ ਸੁੱਖ ਭਾਲਣ ਵਾਲਿਆਂ ਨੇ ਜਦੋਂ ਸੁੱਖ ਲੱਭਣ ਦਾ ਯਤਨ ਕੀਤਾ ਤਾਂ ਦੁੱਖ ਦੀਆਂ ਹੀ ਪੰਡਾਂ ਨਿਕਲੀਆਂ, ਸੁੱਖ ਕੋਈ ਨਹੀਂ ਨਿਕਲਿਆ। ਸੁੱਖ ਤਾਂ ਕੇਵਲ ਸੁੱਖ ਸਾਗਰ ਵਾਹਿਗੁਰੂ ਸਾਹਿਬ ਹੈ। ਵਾਹਿਗੁਰੂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਇਸ ਸ਼ਲੋਕ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਸਮਝਾਉਂਦੇ ਹਨ ਕਿ ਇਸ ਦੁਨੀਆ ਵਿੱਚ ਹੋਰ ਸਭ ਕੁਝ ਤਾਂ ਆਰਜ਼ੀ ਹੈ, ਪਰ ਇਹ ਚੀਜ਼ ਸਥਿਰ ਹੈ। ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ, ਨਾਨਕ ਭਗਵੰਤ ਭਜਨਾਸਨੰ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਸਾਧ ਸੰਗਤ ਵਿੱਚ ਗੋਬਿੰਦ ਦਾ ਭਜਨ ਅਸਥਿਰੰਗ ਹੈ, ਭਾਵ ਸਥਿਰ ਹੈ, ਮੁਸਤਕਿਲ ਹੈ। ਇਸ ਕਰਕੇ ਭਾਈ ਤੂੰ ਭਗਵੰਤ ਭਜਨ ਦਾ ਅਸਨ ਭਾਵ ਭੋਜਨ ਛਕ। ਇਹ ਬੜੀ ਚੰਗੀ ਗੱਲ ਹੈ ਕਿ ਸੰਸਾਰ ਵਿੱਚ ਅਸਲੀ ਸੁੱਖ ਵੀ ਹੈ ਅਤੇ ਇਹ ਸੁੱਖ ਸਾਧ ਸੰਗਤ ਵਿੱਚ ਪਰਮੇਸ਼ਰ ਦਾ ਭਜਨ ਕਰਨ ਵਿੱਚ ਹੈ।
ਪਰਮੇਸ਼ਰ ਦਾ ਨਾਮ ਜਪਣ ਲਈ ਜੋ ਸਭ ਤੋਂ ਪਹਿਲਾ ਸਟੈਪ ਹੈ ਉਹ ਹੈ ਸੱਚੇ ਗੁਰੂ ਨੂੰ ਧਾਰਨ ਕਰਨਾ। ਸੱਚੇ ਗੁਰੂ ਸਾਹਿਬ 10 ਗੁਰੂ ਸਾਹਿਬਾਨ ਅਤੇ ਉਹਨਾਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸੱਚੇ ਸਤਿਗੁਰਾਂ ਨੂੰ ਗੁਰੂ ਧਾਰਨ ਕਰਨ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਆਪਣਾ ਸਿਰ ਤਲੀ ਤੇ ਰੱਖ ਕੇ ਅੰਮ੍ਰਿਤ ਸੰਚਾਰ ਸਮਾਗਮ ਤੇ ਜਾ ਕੇ ਪੰਜਾਂ ਪਿਆਰਿਆਂ ਨੂੰ ਖੰਡੇ ਪੌਲ ਦੀ ਬੇਨਤੀ ਕਰਨੀ, ਅੰਮ੍ਰਿਤ ਛਕ ਕੇ ਨਾਮ ਗੁਰਮੰਤਰ ਦੀ ਪ੍ਰਾਪਤੀ ਕਰੇ ਅਤੇ ਖਾਲਸੇ ਦੀ ਪੂਰਨ ਰਹਿਤ ਮਰਿਆਦਾ ਧਾਰਨ ਕਰਕੇ ਤਕੜਾ ਹੋ ਕੇ ਨਾਮ ਬਾਣੀ ਦੀ ਕਮਾਈ ਕਰੇ। ਫਿਰ ਸੁੱਖ ਹੀ ਸੁੱਖ ਹੈ, ਦੁੱਖ ਵਿੱਚ ਵੀ ਸੁੱਖ ਅਤੇ ਸੁੱਖ ਵਿੱਚ ਵੀ ਸੁੱਖ। ਜਨਮ ਸੁਹੇਲਾ ਹੋ ਜਾਂਦਾ ਹੈ, ਜਿਵੇਂ ਕਿ ਹੁਕਮ ਹੈ ਕਿ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸ ਵਿਚਾਰ ਤੋਂ ਲਾਭ ਉਠਾਉਣਗੀਆਂ ਅਤੇ ਆਪਣਾ ਧਿਆਨ ਅਤੇ ਰੁਚੀ ਸੰਸਾਰ ਵੱਲੋਂ ਘਟਾਉਣ ਦਾ ਉਦਮ ਕਰਨਗੀਆਂ। ਸੁਖ ਸਾਗਰ ਵਾਹਿਗੁਰੂ ਸਾਹਿਬ ਨਾਲ ਜੁੜਨ ਲਈ ਨਾਸਵੰਨ ਚੀਜ਼ਾਂ ਨਾਲ ਨੇਕ ਢਾਉਣਾ ਲਾਜ਼ਮੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਖਾਲਸਾ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।